ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖਬਰ ਸੁਣਨ ਤੋਂ ਬਾਅਦ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਫੋਰਟਿਸ ਹਸਪਤਾਲ ਵਿੱਚ ਉਹਨਾਂ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਅਖੀਰਲੀ ਇੱਛਾ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹ ਬਿਮਾਰ ਸਨ ਤਾਂ ਮੈਂ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਿਆ ਸੀ ਤਾਂ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਪੁੱਤਰ ਉਹਨਾਂ ਦਾ ਖਿਆਲ ਜ਼ਰੂਰ ਰੱਖਣਾ। ਖੱਟਰ ਨੇ ਕਿਹਾ, ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਤੁਸੀਂ ਠੀਕ ਹੋ ਜਾਓ, ਅਸੀਂ ਕਿਸਾਨਾਂ ਦਾ ਖਿਆਲ ਰੱਖਾਂਗੇ। ਹਰਿਆਣਾ ਦੇ ਸੀਐਮ ਮੰਤਰੀ ਨੇ ਕਿਹਾ, ਅੰਤਿਮ ਸਮੇਂ ਵੀ ਉਹਨਾਂ ਨੂੰ ਕਿਸਾਨਾਂ ਦੀ ਕਾਫੀ ਚਿੰਤਾ ਸੀ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਦੂਰਦਰਸ਼ੀ ਦੱਸਦੇ ਹੋਏ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਕਿਸਾਨਾਂ ਦੇ ਬਾਰੇ ਸੋਚ ਰਹਿੰਦੀ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋਇਆ ਹੈ। ਬੀਜੇਪੀ ਦੇ ਨਾਲ ਉਹਨਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਲੰਮਾ ਗੱਠਜੋੜ ਰਿਹਾ ਹੈ। ਖੱਟਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਭ ਤੋਂ ਵੱਡੀ ਕਾਬਲੀਅਤ ਇਹ ਸੀ ਕਿ ਉਹ ਵਿਰੋਧੀ ਧਿਰਾਂ ਨਾਲ ਵੀ ਚੰਗੇ ਰਿਸ਼ਤੇ ਰੱਖਦੇ ਸਨ। ਜਦੋਂ ਕੋਈ ਉਹਨਾਂ ਦਾ ਵਿਰੋਧ ਕਰਨ ਦੇ ਲਈ ਆਉਂਦਾ ਸੀ ਤਾਂ ਉਹ ਮੁੱਖ ਮੰਤਰੀ ਰਹਿੰਦੇ ਹੋਏ ਵੀ ਆਪਣੇ ਘਰ ਦੇ ਬਾਹਰ ਉਹਨਾਂ ਲਈ ਖਾਣ ਪੀਣ ਤੇ ਪਾਣੀ ਦਾ ਪੂਰਾ ਇੰਤਜ਼ਾਮ ਕਰਦੇ ਸਨ। ਵਿਰੋਧੀਆਂ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣਦੇ ਸਨ। ਇਹ ਕਾਬਲੀਅਤ ਆਜ਼ਾਦੀ ਤੋਂ ਪਹਿਲਾਂ ਦੇ ਆਗੂਆਂ ਵਿੱਚ ਹੀ ਵੇਖੀ ਜਾਂਦੀ ਸੀ, ਜਿਹੜੇ ਨਿੱਜੀ ਅਤੇ ਸਿਆਸੀ ਰਿਸ਼ਤਿਆਂ ਵਿੱਚ ਅੰਤਰ ਰੱਖਦੇ ਸਨ। ਸਰ ਖੱਟਰ ਸਾਹਿਬ ਕਿੱਸਾ ਤੁਹਾਡੇ ਨਾਲ ਕੋਈ ਸਾਂਝਾ ਤੁਸੀਂ ਕਰ ਸਕੋ ਉਹਨਾਂ ਨਾਲ ਪੁਰਾਣੀ ਯਾਦ ਜਿਹੜੀ ਤੁਸੀਂ ਸ਼ੇਅਰ ਕਰਨਾ। देखिए, क्योंकि हमारा जो राजनीति में एक अलायंस रहा है, एनडीए के अलायंस के सबसे लंबे समय तक वो पार्टनर इस नाते से रहे हैं। देश में इतनी लंबी पार्टनरशिप शायद ही किसी और पार्टी के साथ भारतीय जनता पार्टी की रही हो। बहुत बार उनसे मिलना जुलना होता था। पिछले दिनों में जब वो अचानक अस्वस्थ हुए थे तो यहीं मोहाली के इसी हॉस्पिटल में मैं उनको देखने के लिए आया था, मिलने के लिए आया था। मिलने के थोड़े समय में भी उनके मन में चिंता किसानों की थी। मुझे कहने लगे कि बेटा, किसानों की चिंता करना, किसान को तकलीफ नहीं होनी चाहिए। मैंने कहा, बादल साहब आप इस अवस्था में अपने थोड़ा सा ध्यान रखो, अपने सेहत का ध्यान रखो, बाकी हम हैं, सब चिंता करेंगे, कोई दिक्कत नहीं है। फिर भी बेटा, किसान का ध्यान जरूर रखना। तो इस प्रकार से किसानों के प्रति जो उनके मन में एक मन में एक लगन थी कि उनको उनकी तकलीफ नहीं होनी चाहिए, ऐसे वो नेता थे। तो इस आयु में आकर के समाज के बारे में इतना सोचना, ये बहुत बड़ी उनकी एक। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖਬਰ ਸੁਣਨ ਤੋਂ ਬਾਅਦ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਫੋਰਟਿਸ ਹਸਪਤਾਲ ਵਿੱਚ ਉਹਨਾਂ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਅਖੀਰਲੀ ਇੱਛਾ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹ ਬਿਮਾਰ ਸਨ ਤਾਂ ਮੈਂ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਿਆ ਸੀ ਤਾਂ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਪੁੱਤਰ ਉਹਨਾਂ ਦਾ ਖਿਆਲ ਜ਼ਰੂਰ ਰੱਖਣਾ। ਖੱਟਰ ਨੇ ਕਿਹਾ, ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਤੁਸੀਂ ਠੀਕ ਹੋ ਜਾਓ, ਅਸੀਂ ਕਿਸਾਨਾਂ ਦਾ ਖਿਆਲ ਰੱਖਾਂਗੇ। ਹਰਿਆਣਾ ਦੇ ਸੀਐਮ ਮੰਤਰੀ ਨੇ ਕਿਹਾ, ਅੰਤਿਮ ਸਮੇਂ ਵੀ ਉਹਨਾਂ ਨੂੰ ਕਿਸਾਨਾਂ ਦੀ ਕਾਫੀ ਚਿੰਤਾ ਸੀ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਦੂਰਦਰਸ਼ੀ ਦੱਸਦੇ ਹੋਏ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਕਿਸਾਨਾਂ ਦੇ ਬਾਰੇ ਸੋਚ ਰਹਿੰਦੀ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋਇਆ ਹੈ। ਬੀਜੇਪੀ ਦੇ ਨਾਲ ਉਹਨਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਲੰਮਾ ਗੱਠਜੋੜ ਰਿਹਾ ਹੈ। ਖੱਟਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਭ ਤੋਂ ਵੱਡੀ ਕਾਬਲੀਅਤ ਇਹ ਸੀ ਕਿ ਉਹ ਵਿਰੋਧੀ ਧਿਰਾਂ ਨਾਲ ਵੀ ਚੰਗੇ ਰਿਸ਼ਤੇ ਰੱਖਦੇ ਸਨ। ਜਦੋਂ ਕੋਈ ਉਹਨਾਂ ਦਾ ਵਿਰੋਧ ਕਰਨ ਦੇ ਲਈ ਆਉਂਦਾ ਸੀ ਤਾਂ ਉਹ ਮੁੱਖ ਮੰਤਰੀ ਰਹਿੰਦੇ ਹੋਏ ਵੀ ਆਪਣੇ ਘਰ ਦੇ ਬਾਹਰ ਉਹਨਾਂ ਲਈ ਖਾਣ ਪੀਣ ਤੇ ਪਾਣੀ ਦਾ ਪੂਰਾ ਇੰਤਜ਼ਾਮ ਕਰਦੇ ਸਨ। ਵਿਰੋਧੀਆਂ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣਦੇ ਸਨ। ਇਹ ਕਾਬਲੀਅਤ ਆਜ਼ਾਦੀ ਤੋਂ ਪਹਿਲਾਂ ਦੇ ਆਗੂਆਂ ਵਿੱਚ ਹੀ ਵੇਖੀ ਜਾਂਦੀ ਸੀ, ਜਿਹੜੇ ਨਿੱਜੀ ਅਤੇ ਸਿਆਸੀ ਰਿਸ਼ਤਿਆਂ ਵਿੱਚ ਅੰਤਰ ਰੱਖਦੇ ਸਨ। ਸਰ ਖੱਟਰ ਸਾਹਿਬ ਕਿੱਸਾ ਤੁਹਾਡੇ ਨਾਲ ਕੋਈ ਸਾਂਝਾ ਤੁਸੀਂ ਕਰ ਸਕੋ ਉਹਨਾਂ ਨਾਲ ਪੁਰਾਣੀ ਯਾਦ ਜਿਹੜੀ ਤੁਸੀਂ ਸ਼ੇਅਰ ਕਰਨਾ। देखिए, क्योंकि हमारा जो राजनीति में एक अलायंस रहा है, एनडीए के अलायंस के सबसे लंबे समय तक वो पार्टनर इस नाते से रहे हैं। देश में इतनी लंबी पार्टनरशिप शायद ही किसी और पार्टी के साथ भारतीय जनता पार्टी की रही हो। बहुत बार उनसे मिलना जुलना होता था। पिछले दिनों में जब वो अचानक अस्वस्थ हुए थे तो यहीं मोहाली के इसी हॉस्पिटल में मैं उनको देखने के लिए आया था, मिलने के लिए आया था। मिलने के थोड़े समय में भी उनके मन में चिंता किसानों की थी। मुझे कहने लगे कि बेटा, किसानों की चिंता करना, किसान को तकलीफ नहीं होनी चाहिए। मैंने कहा, बादल साहब आप इस अवस्था में अपने थोड़ा सा ध्यान रखो, अपने सेहत का ध्यान रखो, बाकी हम हैं, सब चिंता करेंगे, कोई दिक्कत नहीं है। फिर भी बेटा, किसान का ध्यान जरूर रखना। तो इस प्रकार से किसानों के प्रति जो उनके मन में
एक मन में एक लगन थी कि उनको उनकी तकलीफ नहीं होनी चाहिए, ऐसे वो नेता थे। तो इस आयु में आकर के समाज के बारे में इतना सोचना, ये बहुत बड़ी उनकी एक